महातम मैं अवतार उजागर आन कियो, तिनके दुख कोटक दूर गए। मथुरा जिन अमृत नाम पियो, ये पद ते मत चुकह रे मानो। भेद विभेद ना जान बियो, परता श्री दय गुरु अर्जुन कह। हर पूरन ब्रह्म निवास लियो, तू सुल्तान कहा हूँ मियाँ। तेरी कवन वडाई, जो तू दे सो कहाँ स्वामी। मैं मूर्ख कहन ना जाई, जो तू दे सो कहाँ स्वामी। मैं मूर्ख कहन ना जाई। सतनाम वाहिगुरु साहिब जीओ। देव गंधारी हर गुण गावै, हऊँ तिस बलिहारी। देख देख जीवा साध गुर दर्शन, जिस हृदय नाम मुरारी। हर गुण गावै हऊँ तिस बलिहारी। देख देख जीवा साध गुर दर्शन, जिस हृदय नाम मुरारी। रहाउ तुम पवित्र पावन पुरख प्रभ स्वामी। हम क्यों कर मिलह जुठारी। हमरे जी होर मुख होर होत है, हम कर्महीन कुड़ियारी। हमरी मुंदर नाम हर स्वामी, रिद अंतर दुष्ट दुष्टारी। ज्यों भावै त्यों राखो स्वामी, जन नानक शरण तुम्हारी। हमरी मुंदर नाम हर स्वामी, रिद अंतर दुष्ट दुष्टारी। ज्यों भावै त्यों राखो स्वामी, जन नानक शरण तुम्हारी। वाहिगुरु जी का खालसा, वाहिगुरु जी की फतेह। जुगो जुगा टाल शब्द गुरु धन धन साहिब श्री गुरु ग्रंथ साहिब महाराज जी की पावन पवित्र गोद विखे विराजमान गुरु प्यारी गुरु रूप साध संगत जी बड़े प्यार दे नाल अमृत वेले दे दीवान दीयां हाजरियां आप सब भर रहे हो।
ਗੁਰੂ ਮੇਰ ਦਾ ਸਦਕਾ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਸੁਰਿੰਦਰਪਾਲ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਹਨ। ਦੀਨ ਦੁਨੀਆ ਦੇ ਮਾਲਕ ਨੇ ਜੋ ਅੱਜ ਮਿਹਰਮਤ ਕੀਤੀ ਹੈ, ਜਿਸ ਪਾਵਨ ਸਥਾਨ ਤੇ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਆਪਾਂ ਗੁਰੂ ਕਿਰਪਾ ਦਾ ਸਦਕਾ ਸਾਂਝੀ ਕਰਦੇ ਹਾਂ। ਅੱਜ ਦੇ ਪਵਿੱਤਰ ਪਾਵਨ ਬਚਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦੇਵ ਗੰਧਾਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਬਚਨ ਹਨ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਬਾਰਕ ਅੰਗ 527 ਉੱਪਰ ਸੁਸ਼ੋਭਿਤ ਹਨ। ਆਓ ਇਹਨਾਂ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਸਾਹਿਬਾਂ ਦੇ ਮੁਬਾਰਕ ਚਰਨਾਂ ਦਾ ਓਟ ਆਸਰਾ ਲਵੋ। ਅਰਦਾਸ ਕਰੀਏ। ਗੁਰੂ ਆਪਣਾ ਮਿਹਰ ਦਾ ਹੱਥ ਰੱਖ ਕੇ ਆਪਣੇ ਦਰ ਘਰ ਦੀਆਂ ਵਿਚਾਰਾਂ ਆਪ ਕਰਾ ਲੈਣ। ਮਨੋਬਿਰਤੀਆਂ ਨੂੰ ਗੁਰੂ ਇਕਾਗਰਤਾ ਦੀ ਦਾਤ ਬਖਸ਼ਣ। ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਚਰਨਾਂ ਵਿੱਚ ਕਰੋ ਅਰਦਾਸ। ਆਰੰਭਤਾ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਰਸਨਾ ਨੂੰ ਪਵਿੱਤਰ ਕਰੋ। ਗੁਰੂ ਫਤਿਹ ਸਾਂਝੀ ਕਰੀਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਦਾਤਾ ਦੇ ਅੰਮ੍ਰਿਤ ਬਚਨ ਬੜੇ ਵੱਡੇ ਭੁਲੇਖਿਆਂ ਨੂੰ ਦੂਰ ਕਰ ਰਹੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਮਿਹਰ ਕਰ ਰਹੇ ਨੇ। ਇੱਕ ਵਾਰ ਰਹਾਉ ਵਾਲੇ ਬੰਦ ਦਾ ਪਾਠ ਫਿਰ ਸ਼ਰਵਣ ਕਰੀਏ, ਫਿਰ ਵਿਚਾਰਾਂ ਦੀ ਆਰੰਭਤਾ ਕਰਦੇ ਹਾਂ। ਹਰ ਗੁਣ ਗਾਵੈ ਹਉ ਤਿਸ ਬਲਿਹਾਰੀ, ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ, ਜਿਸ ਹਿਰਦੈ ਨਾਮ ਮੁਰਾਰੀ। ਇਹ ਰਹਾਉ ਵਾਲਾ ਬੰਦ ਹੈ। ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰ ਰਹੇ ਨੇ। ਜਿਹੜਾ ਪਰਮੇਸ਼ਰ ਮਾਲਕ ਦੇ ਗੁਣ ਗਾਉਂਦਾ ਹੈ ਨਾ, ਜਿਹਨੇ ਮੈਨੂੰ ਰੱਬ ਬਾਰੇ ਸੂਝ ਦਿੱਤੀ, ਜਿਹਨੇ ਰੱਬ ਨੂੰ ਮਿਲਣ ਦਾ ਤਰੀਕਾ ਦੱਸਿਆ, ਉਹ ਹੈ ਮੇਰਾ ਗੁਰੂ। ਤੇ ਮੇਰੇ ਗੁਰੂ ਦੀ ਅਵਸਥਾ ਇਹ ਆ, ਉਹ ਪਰਮੇਸ਼ਰ ਦੇ ਗੁਣਾਂ ਨਾਲ ਹਰ ਵਕਤ ਸਾਂਝ ਪਾ ਕੇ ਰੱਖਦਾ ਹੈ। ਤੇ ਜਿਹੜਾ ਸਾਂਝ ਪਾ ਕੇ ਰੱਖਦਾ ਹੈ ਨਾ ਮੇਰਾ ਗੁਰੂ, ਐਸੇ ਗੁਰੂ ਤੋਂ ਮੈਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਸਦਕੇ ਜਾਵਾਂ। ਮੇਰਾ ਚਿੱਤ ਕਰੇ ਐਸੇ ਗੁਰੂ ਨੂੰ ਹਮੇਸ਼ਾ ਦੇਖਦਾ ਰਵਾਂ। ਸ਼ਬਦ ਬੜੇ ਕਮਾਲ ਦੇ ਨੇ। ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ, ਜਿਸ ਹਿਰਦੈ ਨਾਮ ਮੁਰਾਰੀ। ਉਸ ਗੁਰੂ ਦੇ ਦਰਸ਼ਨ ਕਰਕੇ ਮੈਂ ਜਿਉਂਦਾ ਹਾਂ। ਜੇ ਉਸ ਗੁਰੂ ਦੇ ਦੀਦਾਰ ਨਹੀਂ ਹੁੰਦੇ ਤੇ ਮੇਰੀ ਮੌਤ ਹੈ। ਇਸ ਲਈ ਮੇਰੀ ਲੋਚਾ ਹਰ ਵਕਤ ਗੁਰੂ ਦੇ ਦਰਸ਼ਨਾਂ ਨੂੰ ਲੱਗੀ ਰਹਿੰਦੀ ਹੈ, ਕਿਉਂਕਿ ਗੁਰੂ ਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਹੈ। ਦੋ ਗੱਲਾਂ ਬੜੀਆਂ ਧਿਆਨ ਮੰਗਣਗੀਆਂ ਅੱਜ ਦੇ ਸ਼ਬਦ ਦੇ ਅੰਦਰ।
ਇੱਕ ਤੇ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ, ਦੂਸਰਾ ਜਿਸ ਹਿਰਦੈ ਨਾਮ ਮੁਰਾਰੀ। ਦੋ ਚੀਜ਼ਾਂ ਦਾ ਬੜਾ ਅੱਜ ਦੇ ਸ਼ਬਦ ਦੇ ਅੰਦਰ ਧਿਆਨ ਦੇਣਾ ਪਏਗਾ। ਇਸ ਸ਼ਬਦ ਨੂੰ ਖੋਲਣ ਤੋਂ ਪਹਿਲਾਂ ਗੁਰੂ ਪੰਚਮ ਪਿਤਾ ਮਹਾਰਾਜ ਜੀ ਦਾ ਸ਼ਬਦ ਨਾਲ ਰੱਖਣਾ ਪਏਗਾ। ਮਹਾਰਾਜ ਕਹਿੰਦੇ ਨੇ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਮਾਲਕ ਮੈਂ ਤੇਰਾ ਦਰਸ਼ਨ ਕਰਕੇ ਜਿਉਂਦਾ ਹਾਂ, ਜੇ ਤੇਰਾ ਦਰਸ਼ਨ ਨਹੀਂ ਤੇ ਫਿਰ ਹਾਲਤ ਇਹ ਬਣ ਜਾਂਦੀ ਏ, ਆਖਾਂ ਜੀਵਾ ਵਿਸਰੈ ਮਰ ਜਾਵਾਂ। ਪਰ ਇੱਕ ਸਵਾਲ ਤੇ ਖੜਾ ਹੋ ਗਿਆ। ਉਹ ਸਵਾਲ ਇਹ ਖੜਾ ਹੋਇਆ ਬਈ ਜਿਹੜੇ ਗੁਰੂ ਦੇ ਦਰਸ਼ਨ ਨਹੀਂ ਕਰਦੇ, ਜੀਂਦੇ ਤੇ ਉਹ ਵੀ ਫਿਰਦੇ ਨੇ। ਸਰੀਰਕ ਪੱਖ ਤੋਂ ਜੇ ਦੇਖਿਆ ਜਾਵੇ, ਜਿਹੜੇ ਗੁਰੂ ਦੇ ਦੀਦਾਰ ਨਹੀਂ ਕਰਦੇ, ਸਾਹ ਤੇ ਉਹਨਾਂ ਦੇ ਵੀ ਚੱਲਦੇ ਨੇ, ਸਰੀਰ ਤੇ ਉਹਨਾਂ ਦਾ ਵੀ ਚੱਲਦਾ ਹੈ, ਹੱਥ ਪੈਰ ਅੱਖਾਂ ਉਹਨਾਂ ਦੀਆਂ ਵੀ ਹਰਕਤ ਕਰਦੀਆਂ ਨੇ। ਪਰ ਮਾਲਕ ਕਹਿੰਦੇ ਨੇ ਅੱਜ ਦੇ ਸ਼ਬਦ ਅੰਦਰ, ਮੈਂ ਜਿਉਂਦਾ ਹਾਂ ਤੇਰੇ ਦਰਸ਼ਨ ਕਰਕੇ ਦਾਤਾ। ਹੁਣ ਇਸ ਸ਼ਬਦ ਦੇ ਅੰਦਰੀਲ ਭਾਵ ਨੂੰ ਲੈਣਾ ਪਏਗਾ। ਸਤਿਗੁਰੂ ਸਮਝਾਉਣਾ ਕੀ ਚਾਹੁੰਦੇ ਨੇ, ਕਿਉਂਕਿ ਦਰਸ਼ਨ ਕਰਨ ਵਾਲੇ ਤੇ ਉਹ ਵੀ ਲੋਕ ਨੇ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਹਿੰਦੇ ਨੇ। ਕੋਈ ਕਹਿੰਦਾ ਹੈ ਭੂਤਨਾ ਹੈ ਗੁਰੂ, ਕੋਈ ਕਹਿੰਦਾ ਹੈ ਬੇਤਾਲਾ ਹੈ, ਇਹਦਾ ਜੀਵਨ ਤਾਲ ਦੇ ਅੰਦਰ ਨਹੀਂ। ਕੋਈ ਆਖਦੇ ਨੇ ਵਿਚਾਰਾ ਸੁੱਧ ਬੁੱਧ ਗਵਾ ਬੈਠਾ ਹੈ। ਇਸੇ ਕਰਕੇ ਇਹਨੂੰ ਰਹਿਣ ਵਾਸਤੇ ਸ਼ਮਸ਼ਾਨ ਤੇ ਕਬਰ ਹੀ ਮਿਲਦੀ ਹੈ। ਅੱਡ ਅੱਡ ਤਰੀਕੇ ਦੇ ਨਾਲ ਗੁਰੂ ਦੇ ਦੀਦਾਰ ਲੋਕ ਕਰ ਰਹੇ ਨੇ, ਬਾਹਰੀ ਰੂਪ ਨਾਲ ਦਰਸ਼ਨ ਕਰ ਰਹੇ ਨੇ। ਪਰ ਪੱਥਰ ਮਾਰਨ ਵਾਲੇ ਵੀ ਤੇ ਲੋਕ ਅੱਜ ਵੀ ਸੰਸਾਰ ਦੇ ਅੰਦਰ ਨੇ, ਜਿਹੜੇ ਗੁਰੂ ਦੇ ਦੀਦਾਰ ਵੀ ਕਰਦੇ ਨੇ ਤੇ ਗੁਰੂ ਘਰ ਦੇ ਉੱਤੇ ਵੀ ਪੱਥਰ ਨਾਲ ਵਾਰ ਕਰਦੇ ਨੇ। ਦੀਦਾਰ ਤੇ ਉਹਨਾਂ ਲੋਕਾਂ ਨੇ ਵੀ ਕੀਤੇ ਹੋਣਗੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੀ ਪਾਵਨ ਧਰਤੀ ਨੂੰ ਢਹਿ ਢੇਰੀ ਕੀਤਾ। ਦਰਸ਼ਨ ਤੇ ਮੱਸੇ ਰੰਗੜ ਨੇ ਵੀ ਕੀਤੇ। ਪਰ ਇਸ ਪਾਵਨ ਸਥਾਨ ਦੇ ਉੱਤੇ ਉਹ ਕੰਜਰੀਆਂ ਦਾ ਨਾਚ ਕਰਾ ਰਿਹਾ, ਨਸ਼ੇ ਆਦਿ ਕਰ ਰਿਹਾ, ਦੀਦਾਰ ਤੇ ਉਹਨੇ ਵੀ ਕੀਤੇ। ਆਖਰ ਗੁਰੂ ਨਾਨਕ ਸਾਹਿਬ ਜੀ ਨੂੰ ਸ਼ਬਦ ਦੇ ਅੰਦਰ ਕਹਿਣਾ ਪੈ ਗਿਆ, ਕੋਈ ਆਖੈ ਭੂਤਨਾ, ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾ ਨਾ। ਦਰਸ਼ਨ ਤੇ ਕਰਨ ਦੀ ਗੱਲ ਕਰੀਏ ਨਾ, ਹਿਮਾਯੂ ਵਰਗਿਆਂ ਨੇ ਵੀ ਗੁਰੂ ਅੰਗਦ ਸਾਹਿਬ ਜੀ ਦੇ ਦੀਦਾਰ ਕੀਤੇ, ਪਰ ਤਲਵਾਰ ਕੱਢ ਲਈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਤੇ ਦਾਤੂ ਵੀ ਕਰ ਰਿਹਾ ਹੈ, ਪਰ ਲੱਤ ਕੱਢ ਕੇ ਮਾਰਦਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਦੀਦਾਰ ਤੇ ਉਹ ਲੋਕ ਵੀ ਕਰ ਰਹੇ ਨੇ ਜਿਹੜੇ ਗੁਰੂ ਨੂੰ ਤੱਤੀ ਤਵੀ ਤੇ ਬਿਠਾਉਂਦੇ ਨੇ, ਉਬਲਦੇ ਹੋਏ ਪਾਣੀ ਦੇ ਅੰਦਰ ਅਤੇ ਗਰਮ ਰੇਤਾ ਪਾਉਂਦੇ ਨੇ। ਦਰਸ਼ਨ ਤੇ ਉਹ ਵੀ ਕਰ ਰਹੇ ਨੇ। ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦੀਦਾਰ ਉਹਨਾਂ ਲੋਕਾਂ ਨੇ ਨਹੀਂ ਕੀਤੇ ਜਿਨ੍ਹਾਂ ਨੇ 4 ਜੰਗਾਂ ਗੁਰੂ ਦੇ ਨਾਲ ਲੜੀਆਂ। ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੀਦਾਰ ਧੀਰ ਮਲੀਆਂ ਨੇ ਨਹੀਂ ਕੀਤੇ। ਜੇ ਬਾਹਰੀ ਦੀਦਾਰਾਂ ਦੀ ਗੱਲ ਕਰੀਏ, ਦਰਸ਼ਨਾਂ ਦੀ ਗੱਲ ਕਰੀਏ, ਜਿਹੜੇ ਗੁਰੂ ਉੱਪਰ ਬੰਦੂਕ ਨਾਲ ਵਾਰ ਕਰਨ ਵਾਸਤੇ ਤਿਆਰ ਹੋ ਗਏ, ਉਹਨਾਂ ਨੇ ਵਾਰ ਕੀਤਾ। ਕਿ ਉਹਨਾਂ ਨੇ ਅੱਖਾਂ ਨਾਲ ਗੁਰੂ ਦੇ ਦੀਦਾਰ ਨਹੀਂ ਕੀਤੇ ਜਿਨ੍ਹਾਂ ਨੇ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ। ਕਿ ਦਰਸ਼ਨ ਦੀਦਾਰ ਉਹਨਾਂ ਨੇ ਨਹੀਂ ਕੀਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ 14 ਜੰਗਾਂ ਲੜੀਆਂ। ਦਰਸ਼ਨ ਤੇ ਉਹਨਾਂ ਨੇ ਕੀਤੇ, ਪਰ ਫਰਕ ਹੈ, ਇੱਕ ਅੱਖ ਦੀਦਾਰ ਕਰਦੀ ਏ ਬਾਹਰੀ ਰੂਪ ਦੇ ਨਾਲ, ਇੱਕ ਅੰਦਰਲਾ ਦੀਦਾਰ ਕਰਦਾ ਹੈ ਬਿਆਨ ਅੱਖੀਆਂ ਨਾਲ। ਦੋਨਾਂ ਵਿੱਚ ਫਰਕ ਹੈ।
ਜਿਹੜੇ ਅੱਖ ਨਾਲ ਦੀਦਾਰ ਕਰਦੇ ਨੇ ਉਹਨਾਂ ਨੂੰ ਗੁਰੂ ਦੀ ਅਜ਼ਮਤ ਦਾ, ਗੁਰੂ ਦੇ ਮਹਾਨ ਗੁਣਾਂ ਦਾ, ਗੁਰੂ ਦੀ ਰਹਿਮਤ ਦਾ, ਗੁਰੂ ਦੀ ਵਡਿਆਈ ਦਾ ਪਤਾ ਨਹੀਂ। ਹੋਰ ਇੱਕ ਦ੍ਰਿਸ਼ਟਾਂਤ ਲਈਏ ਆਪਾਂ ਇਤਿਹਾਸ ਵਿੱਚੋਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੂਰੇ ਸੰਸਾਰ ਦੇ ਅੰਦਰ 3 ਕਰੋੜ ਸਿੱਖ ਬਣਾਏ। 3 ਕਰੋੜ। ਅੱਜ ਸਾਡੀ ਗਿਣਤੀ ਕਿੰਨੀ ਹੈ ਹਿਸਾਬ ਲਾ ਕੇ ਦੇਖ ਲਓ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਅੰਦਰ ਥਾਂ ਥਾਂ ਤੇ ਪ੍ਰਚਾਰ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ 3 ਕਰੋੜ ਸਿੱਖ ਸੰਸਾਰ ਦੇ ਅੰਦਰ ਬਣਾਏ। ਤੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਇੰਨਾ ਪ੍ਰਚਾਰ ਕੀਤਾ, ਸੁਭਾਵਿਕ ਗੱਲ ਹੈ ਪੰਜਾਬ ਦੀ ਧਰਤੀ ਉੱਪਰ ਵਸ ਰਹੇ ਬਾਬਾ ਅਮਰਦਾਸ ਸਾਹਿਬ ਜੀ ਜਾਣੂ ਤੇ ਹੋਣਗੇ ਵੀ ਜਿਸ ਬਾਬੇ ਦਾ ਇੰਨਾ ਪ੍ਰਚਾਰ ਹੈ, ਏਡੇ ਸਿੱਖ ਸਜੇ ਨੇ, ਇੰਨੇ ਸਿੱਖ ਬਣੇ ਨੇ, ਆਖਰ ਸੁਣਿਆ ਵੀ ਹੋਏਗਾ ਗੁਰੂ ਨਾਨਕ ਸਾਹਿਬ ਜੀ ਦੇ ਦਰ ਬਾਰੇ, ਕਿਉਂਕਿ ਉਮਰ ਦਾ ਵੀ ਬਹੁਤਾ ਫਰਕ ਨਹੀਂ, 10 ਕੁ ਸਾਲ ਦਾ ਹੀ ਫਰਕ ਹੈ। ਪਰ ਖਿਆਲ ਕਰਨ ਵਾਲੀ ਗੱਲ ਹੈ, ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਪਹਿਲਾਂ ਸਰੀਰਕ ਰੂਪ ਨਾਲ ਦੀਦਾਰ ਕੀਤੇ ਨੇ। ਕਿਸ ਵਕਤ ਕੀਤੇ? ਆਪਣੇ ਹੀ ਭਤੀਜੇ ਛੱਜੂ ਤੇ ਉਹਨਾਂ ਦੀ ਪਤਨੀ ਹੈ ਬੀਬੀ ਅਮਰੋ, ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਸੁਪੁੱਤਰੀ ਹੈ। ਹੁਣ ਹਿਸਾਬ ਲਾਈਏ, ਦੀਦਾਰ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਪਹਿਲਾਂ ਕੀਤੇ ਨੇ। ਦਰਸ਼ਨ ਦੀ ਗੱਲ ਕਰੀਏ, ਦੀਦਾਰ ਤੇ ਕੀਤੇ ਨੇ, ਪਰ ਇਹ ਕੇਵਲ ਸਰੀਰਕ ਦੀਦਾਰ ਕੀਤੇ ਨੇ। ਉਹ ਇੱਕ ਰਿਸ਼ਤੇਦਾਰੀ ਕਰਕੇ, ਕੁੜਮਾਚਾਰੀ ਕਰਕੇ ਦਰਸ਼ਨ ਕੀਤੇ ਨੇ। ਫਰਕ ਹੈ। ਅੱਜ ਜਿਹੜੇ ਦਰਸ਼ਨ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਗਏ ਨੇ ਨਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਤਿਕਾਰ ਦੇ ਨਾਲ ਉੱਠ ਕੇ ਉਹਨਾਂ ਨੂੰ ਗਲਵੱਕੜੀ ਵਿੱਚ ਲੈਣ ਦੀ ਕੋਸ਼ਿਸ਼ ਕੀਤੀ, ਪਰ ਬਚਨ ਕਹਿ ਦਿੱਤੇ, ਬਾਬਾ ਅਮਰਦਾਸ ਜੀ ਨੇ ਮੈਂ ਸੇਵਕ ਬਣ ਕੇ ਆਇਆ, ਚਰਨਾਂ ਵਿੱਚ ਥਾਂ ਦਿਓ। ਇਸ ਲਈ ਜਿਹੜੇ ਬਾਹਰੀ ਦਰਸ਼ਨ ਨੇ ਨਾ, ਬਾਹਰੀ ਦੀਦਾਰ ਨੇ, ਉਹ ਅੱਖਾਂ ਕਰਦੀਆਂ ਨੇ, ਚਮੜੀ ਚਮੜੇ ਨੂੰ ਦੇਖ ਸਕਦੀਆਂ ਨੇ, ਬਾਹਰੀ ਵਨਸਪਤੀ ਨੂੰ, ਕੁਦਰਤ ਦੁਆਰਾ ਸਾਜੀ ਹੋਈ ਇਸ ਕੁਦਰਤ ਨੂੰ ਦੇਖ ਸਕਦੀਆਂ ਨੇ। ਪਰ ਕਮਾਲ ਦੀ ਗੱਲ, ਕੁਦਰਤ ਵਿੱਚ ਵਸਣ ਵਾਲੇ ਕਾਦਰ ਨੂੰ ਦੇਖਣ ਵਾਸਤੇ ਇਹ ਅੱਖਾਂ ਨਹੀਂ। ਇਸ ਲਈ ਮਾਲਕ ਨੇ ਬਾਣੀ ਵਿੱਚ ਕਿਹਾ, ਲੋਇਨ ਲੋਈ ਡਿੱਠ ਪਿਆਸ ਨਾ ਬੁਝੈ ਮੂੰਹ ਕਣੀ। ਅੱਖਾਂ ਨਾਲ ਮੈਂ ਸੰਸਾਰ ਨੂੰ ਦੇਖਿਆ, ਲੁਕਾਈ ਨੂੰ ਦੇਖਿਆ, ਪਰ ਪਿਆਸ ਬੁਝੀ ਨਹੀਂ। ਨਾਨਕ ਸਾ ਅੱਖੜੀਆਂ ਬਿਆਨ, ਕਿਹੜੀਆਂ? ਜਿਨੀ ਦਿਸੰਦੋ ਮਾਂ ਪਿਰੀ। ਸੇ ਅੱਖੜੀਆਂ ਨੇ ਨਾ ਜਿਹੜੀਆਂ, ਉਹ ਅੱਖੜੀਆਂ ਨੇ, ਉਹ ਬਿਆਨ ਅੱਖੀਆਂ ਨੇ। ਇਸੇ ਲਈ ਉਹਨਾਂ ਅੱਖਾਂ ਦੇ ਰਾਹੀਂ ਰੱਬ ਦੇ ਦੀਦਾਰ ਹੁੰਦੇ ਨੇ, ਰੱਬ ਦੇ ਦਰਸ਼ਨ ਹੁੰਦੇ ਨੇ। ਅਸੀਂ ਗੁਰੂ ਘਰ ਆਉਨੇ ਆ ਨਾ, ਅਸੀਂ ਕਹਿੰਦੇ ਆ ਆਪਾਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ। ਇਸ ਕਰਕੇ ਨਾ ਕਈ ਸਿੱਖ ਆਉਂਦੇ ਨੇ, ਰੁਮਾਲਾ ਆਦਿ ਚੁੱਕਦੇ ਨੇ, ਤੇ ਰੁਮਾਲਾ ਆਦਿ ਚੁੱਕ ਕੇ ਕਹਿੰਦੇ ਨੇ ਵੀ ਸ਼ਾਇਦ ਅਸੀਂ ਗੁਰੂ ਦੇ ਦੀਦਾਰ ਕਰ ਲਏ, ਗੁਰੂ ਦੇ ਦਰਸ਼ਨ ਕਰਕੇ ਆਏ। ਯਾਦ ਰੱਖਣਾ ਥੋੜਾ ਫਰਕ ਹੈ। ਅੱਖਾਂ ਨਾਲ ਦੀਦਾਰ ਪਹਿਲਾਂ ਵੀ ਬੇਨਤੀ ਕੀਤੀ ਹੈ, ਉਹਨਾਂ ਲੋਕਾਂ ਨੇ ਕੀਤੇ ਨੇ ਜਿਨ੍ਹਾਂ ਨੇ ਭੂਤਨਾ ਬੇਤਾਲਾ ਕਿਹਾ। ਅੱਖਾਂ ਨਾਲ ਦੀਦਾਰ ਉਹਨਾਂ ਨੇ ਵੀ ਕੀਤੇ ਨੇ ਜਿਨ੍ਹਾਂ ਨੇ ਤੱਤੀ ਤਵੀ ਉੱਤੇ ਗੁਰੂ ਅਰਜਨ ਸਾਹਿਬ ਜੀ ਨੂੰ ਬਿਠਾਇਆ। ਫਰਕ ਹੈ, ਬਾਣੀ ਦਾ ਫੈਸਲਾ ਹੈ। ਸਤਿਗੁਰੂ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾ ਦਰਸ਼ਨ ਨਾ ਥੀਐ, ਭਾਗਹੀਣ ਬੈ ਰੋਏ। ਇਸੇ ਕਰਕੇ ਗੁਰੂ ਨੇ ਇੱਕ ਹੋਰ ਬਖਸ਼ਿਸ਼ ਕੀਤੀ ਵੀ ਲੋਚਦੇ ਸਾਰੇ ਨੇ, ਆਖਰ ਸਾਰਿਆਂ ਨੂੰ ਦੀਦਾਰ ਚਾਹੀਦੇ ਨੇ, ਆਖਰ ਸਾਰਿਆਂ ਨੂੰ ਦਰਸ਼ਨ ਚਾਹੀਦੇ ਨੇ। ਫੈਸਲਾ ਬਾਣੀ ਨੇ ਦੇ ਦਿੱਤਾ, ਸਤਿਗੁਰੂ ਨੂੰ ਸਭ ਕੋ ਦੇਖਦਾ। ਹੁਣ ਇੱਥੇ ਫੈਸਲਾ ਦੇਖਣ ਵਾਲੇ ਤੇ ਬੜੇ ਨੇ। ਪਹਿਲਾਂ ਅਸੀਂ ਲੋਚਦਾ, ਲੋਚਣ ਵਾਲੇ ਬਈ ਗੁਰੂ ਨਾਲ ਸਾਂਝ ਪੈ ਜਾਵੇ, ਗੁਰੂ ਦੇ ਦੀਦਾਰ ਹੋ ਜਾਣ, ਗੁਰੂ ਦੇ ਦਰਸ਼ਨ ਹੋ ਜਾਣ, ਐਸੇ ਵੀ ਲੋਕ ਨੇ। ਪਰ ਭਾਗਾ ਤੋਂ ਬਿਨਾ ਉਹਨਾਂ ਨੂੰ ਦੀਦਾਰ ਨਹੀਂ। ਹੁਣ ਅੱਗੇ ਇੱਕ ਹੋਰ ਫੈਸਲਾ ਦੇ ਦਿੱਤਾ, ਸਤਿਗੁਰੂ ਨੂੰ ਸਭ ਕੋ ਦੇਖਦਾ, ਦੇਖਣ ਵਾਲੇ, ਜੇਤਾ ਜਗਤ ਸੰਸਾਰ, ਸੰਸਾਰ ਦੇ ਬੜੇ ਲੋਕ ਵੇਖਦੇ ਨੇ।
पर फैसला दे दिता। मेरे मालिक ने कह दिता, बिन डिठै मुक्त ना होवई जेचर शब्द ना करे विचार। डिठिया मुक्त नहीं, आखिर शब्द दी विचार, शब्द नाल साझ पानी पैगी जे मुक्त होना चाहना है। मुक्ति शब्द तो बिना मिल नहीं सकती। ते गुरु अर्जन साहब जी भी यही गल कह रहे हैं, जिन्हां दा आपां शहादत वाला दिन जिहड़े आ दिनां विच मना रहे हैं ना, गुरु अर्जन साहब जी भी यही गल कह रहे हैं, दर्शन देख जीवा गुर तेरा, पूर्ण कर्म होए प्रभ मेरा। ए बेनंती सुन प्रभ मेरे, दे नाम कर अपने चेहरे। मैनू अपने दरों नाम दी दात दे, क्योंकि तेरे कोल नाम दी दात है, ते मैनू अपना सेवक बना ला। पर सेवक बनने तो पहला कंडीशन बड़ी कमाल दी थी। जिन्हें सेवक बनना है ना, उन्हें हिरदे विच एक गल धारण करनी पैगी। उन्होंने वो गल केड़ी है? जिस वक्त ना बाबा फरीद साहब जी का जीवन पढ़ते हैं, हुण है तो ये प्रतीक वरते गए ताकि सानू समझ आ जाए, पर असीं उन्हां गल्लां नाल केवल बाहरी रूप नाल जुड़ के रह गए। बाबा फरीद साहब जी का एक श्लोक आउंदा है, फरीदा बार पराए बैसना साई मुझे न दे, जे तू एवें रखसी जियो शरीरों ले। शरीर दे विचों जिंद कढ ला, जे किसी होर दा आसरा तू देना है, मैनू अपना सेवक बना। हुण कईयां ने इहनूं समझाउण वास्ते ना इह गल कही भी बाबा फरीद साहब जी ना जिस वक्त बजुर्ग की अवस्था विच सन ते उन्हां दे कदम ना लड़खड़ाउंदे सन, तुरिया नहीं सी जांदा। आखिर बजुर्गी होवे बंदे को, क्योंकि बजुर्गी ने आना ही आना है। इस करके शरीर जदों बजुर्ग हो जाए तो कमजोर पै जाता है। आखिर कदम जिहड़े सन वो लड़खड़ाउंदे सन। सेवक ने ना कोलों आण के एक सहारा दिता सोटी दा, ते बाबा फरीद साहब ने वगा के मारी। हुण गल ते बाबा जी कुछ होर समझाना चाहते, गल ते आसरे दी। उन्हें आखिर सेवक ने पूछया, बई बाबा जी ये डंडा ये सोटी पसंद नहीं आई? ते बाबा जी ने वचन कीते, मैं तेनू गल कोई होर समझाना चाहना। सारी जिंदगी क्योंकि गल इस करके सोटी वगा के मारी है, कुछ समझाने का यतन करना चाहना। उन्होंने पूछा भी की समझाना चाहते हो? समझाना ये चाहना भलिया शरीर कमजोर पै जावे ते सोटी का सहारा लेना माड़ी गल नहीं, पर यह वगा के मैं इस करके मारीए किते सहारे होर ही ना भालदा फ्री जीवन के अंदर। सहारा एक मालिक दा भाली, एक दा आसरा लई। एक तो बिना शरीर कमजोर हो जावे ते सोटी फड़नी जायज है, नजायज नहीं। ये ठीक है, पर देखी जीवन विच होर आसरी ना बना के बैठ दें। बार पराए बैसना, जे साईं दा दर छड्ड के होर आसरे भालेगा ना, साईं ए मेरे मालिक ऐ जी हालत मैनू कदे देई ना, जेड़े दर बदर भटकण वाली हालत है। जे ऐसी हालत देनी है ना, ये अवस्था नहीं, ये हालत है। कई बार असीं कह दिंदे आ ये अवस्था तो होंदी है उच्ची अवस्था, हालत होंदी है माड़ी हालत। इस करके जे इस हालत विच मैनू लिजाना ही ना, उस तो पहला इस शरीर दे विचों जिंदी कढ ला, मैं किसी होर दा आसरा नहीं पालना चाहता। इसे करके गुरु अर्जन साहब महाराज जी कहते हैं, अज दे शब्द के अंदर गुरु रामदास साहब महाराज जी ये गल समझा रहे हैं। गुरु अर्जन पिता महाराज जी कहते हैं, दर्शन देख जीवा गुर तेरा, पूर्ण कर्म हुए प्रभ मेरा। किवें दर्शन देखा? हुण दर्शन भी देखण दी गल गुरबाणी विचों लैणी है। सतगुरु दी पावन बाणी कहती है, भै के चरण कर भाव के लोयन सुरत करे, नानक कह सियाणिए इउं कंत मिलावा होए। रब नूं मिलना ते मिलन दा तरीका तेनू मैं दस देना। मालिक जी केड़ा तरीका? कहंदे ने तरीका ये अपना ला। वो तरीका ये आ, सब तो पहला भै के चरण, भै हिरदे विच रख, कर भाव के हथ प्रेम वाले बना ला।
ਲੋਇਣ ਸੁਰਤ ਨੂੰ ਬਣਾ ਲਾ। ਜੇਕਰ ਇਹ ਸੁਰਤ ਤੇਰੀ ਲੋਇਣ ਬਣ ਗਈ ਨਾ, ਵੇਖੋ ਹੋਰ ਇਤਿਹਾਸ ਨੂੰ ਪੜੋ। ਜਿਸ ਵਕਤ ਜਗਤ ਗੁਰੂ ਬਾਬਾ ਸਤਿਗੁਰੂ ਪਾਤਸ਼ਾਹ ਦੇ ਜੀਵਨ ਵੱਲ ਦੇਖਿਆ ਨਾ, ਤੇ ਸਿੱਧਾ ਨੇ ਇਹ ਮਨ ਦੇ ਅੰਦਰ ਵਿਚਾਰ ਕਰ ਲਈ ਵੀ ਇਹ ਕੋਈ ਆਮ ਪੁਰਖ ਨਹੀਂ। ਕਿੰਨਾ ਚੰਗਾ ਹੋਵੇ ਜੇ ਸਾਡਾ ਦਰਸ਼ਨ ਲੈ ਲਵੇ। ਦੇਖਿਓ, ਪੜਿਓ ਬਚਨ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ, ਐਸਾ ਜੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਹੁਣ ਬੈਠੇ ਤੇ ਗੁਰੂ ਨਾਨਕ ਉਹਨਾਂ ਸਿੱਧਾਂ ਦੇ ਵਿੱਚ ਨੇ, ਤੇ ਸਿੱਧ ਲੋਕ ਇਹ ਕਹਿ ਰਹੇ ਨੇ, ਉਹ ਕਹਿੰਦੇ ਨੇ ਵੀ ਗੁਰੂ ਨਾਨਕ ਕਿਵੇਂ ਸਾਡਾ ਦਰਸ਼ਨ ਲੈ ਲਵੇ। ਕਮਾਲ ਦੀ ਗੱਲ, ਗੁਰੂ ਨਾਨਕ ਤੇ ਉਹਨਾਂ ਦੇ ਵਿੱਚ ਬੈਠੇ ਨੇ, ਤੇ ਭਾਈ ਸਾਹਿਬ ਜੀ ਕਹਿ ਰਹੇ ਨੇ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਇਹ ਸਾਡਾ ਦਰਸ਼ਨ ਲੈ ਲਵੇ, ਇਹ ਸਾਡਾ ਦਰਸ਼ਨ ਕਰ ਲਵੇ। ਔਰ ਕਮਾਲ ਦੀ ਗੱਲ, ਦਰਸ਼ਨ ਤੇ ਜਿਹੜਾ ਵਿੱਚ ਬੈਠਾ ਉਹ ਤੇ ਕਰੇਗਾ ਹੀ ਕਰੇਗਾ, ਪਰ ਉਹਨਾਂ ਦੀ ਸੋਚ ਇਹ ਸੀ ਇਹ ਸਾਡਾ ਸਿਧਾਂਤ ਲੈ ਲਵੇ, ਇਹ ਸਾਡੀ ਫਿਲਾਸਫੀ ਲੈ ਲਵੇ, ਇਹ ਸਾਡੇ ਮਤ ਨੂੰ ਧਾਰਨ ਕਰ ਲਵੇ। ਦਰਸ਼ਨ ਦਾ ਅਰਥ ਇਹ ਆ ਇਹ ਸਾਡੇ ਮਤ ਨੂੰ ਧਾਰਨ ਕਰ ਲਵੇ। ਤੇ ਕਿਉਂਕਿ ਜਿਸ ਵਕਤ ਇਸ ਗੁਰੂ ਨਾਨਕ ਨੇ ਸਾਡੇ ਮਤ ਨੂੰ ਧਾਰਨ ਕਰ ਲਿਆ, ਸਾਰੇ ਪਾਸੇ ਲੋਕ ਸਾਨੂੰ ਪੂਜਣਗੇ। ਇਸੇ ਕਰਕੇ ਉਹਨਾਂ ਨੇ ਕਿਹਾ ਦਰਸ਼ਨ ਦਾ ਅਰਥ ਹੈ ਇਹ ਨਹੀਂ ਵੀ ਰੁਮਾਲਾ ਚੱਕ ਕੇ ਗੁਰੂ ਦੇ ਦਰਸ਼ਨ ਕਰ ਲਈਏ, ਗੁਰੂ ਦੀ ਮੱਤ ਨੂੰ ਹਾਸਲ ਕਰ ਲੈਣਾ, ਗੁਰੂ ਦੀ ਮੱਤ ਨੂੰ ਲੈ ਲੈਣਾ, ਗੁਰੂ ਦੇ ਸਿਧਾਂਤ ਨੂੰ ਜੀਵਨ ਦੇ ਅੰਦਰ ਪਾਲ ਲੈਣਾ। ਇਹ ਹੈ ਗੁਰੂ ਦਾ ਦਰਸ਼ਨ, ਨਾ ਕਿ ਬਾਹਰੀ ਅੱਖ ਦੇ ਨਾਲ ਕੇਵਲ ਕਹਿ ਲਈਏ ਵੀ ਅੱਜ ਗੁਰੂ ਦੇ ਦੀਦਾਰ ਦਰਸ਼ਨ ਕਰਕੇ ਆਏ ਆ। ਕਮਾਲ ਦੀ ਗੱਲ ਹੈ ਨਾ, ਜਿਸ ਵਕਤ ਅਸੀਂ ਗੁਰਦੁਆਰੇ ਆਉਨੇ ਆ, ਜਿਸ ਵਕਤ ਸਤਿਗੁਰੂ ਨੂੰ ਮੱਥਾ ਟੇਕਦੇ ਆ, ਸੁਭਾਵਿਕ ਗੱਲ ਏ, ਇਹ ਤੇ ਤੁਹਾਡਾ ਵੀ ਪ੍ਰੈਕਟੀਕਲ ਏ ਤੇ ਮੇਰਾ ਵੀ, ਇੱਥੇ ਆਣ ਕੇ ਅੱਖਾਂ ਬੰਦ ਹੋ ਜਾਂਦੀਆਂ ਨੇ। ਜਿਸ ਵਕਤ ਗੁਰੂ ਦੇ ਆਣ ਕੇ ਮੱਥਾ ਟੇਕਦੇ ਆ ਨਾ, ਤੇ ਅੱਖਾਂ ਇਸੇ ਤਰ੍ਹਾਂ ਦੋਨੋਂ ਹੱਥ ਜੋੜਦੇ ਆ ਤੇ ਬੰਦ ਕਰ ਲੈਂਦੇ ਆ। ਤੇ ਘਰ ਚਲੇ ਜਾਂਦੇ ਆ, ਤੇ ਜਿਸ ਵਕਤ ਕੋਈ ਪੁੱਛਦਾ ਹੈ ਨਾ ਵੀ ਕਰ ਆਏ ਹੋ ਗੁਰੂ ਦੇ ਦੀਦਾਰ, ਅਸੀਂ ਕਹਿੰਦੇ ਆ ਕਰ ਆਏ ਆ, ਕਿਉਂ ਅੱਖਾਂ ਬੰਦ ਕਰਕੇ ਕਰ ਲਏ। ਉਹ ਇੱਕ ਪ੍ਰਤੀਕ ਸੀ ਬਈ ਜੇ ਗੁਰੂ ਦੇ ਦੀਦਾਰ ਕਰਨੇ ਨੇ ਅੱਖਾਂ ਬੰਦ ਕਰਕੇ ਕਰਨੇ ਨੇ। ਪ੍ਰਤੀਕ ਇਸ ਗੱਲ ਦਾ ਸੀ ਬਾਹਰੀ ਸੰਸਾਰ ਨਾ ਦੇਖਦਾ ਰਹੀ, ਗੁਰੂ ਦੇ ਦੀਦਾਰ ਕਰਨੇ ਨੇ ਤੇ ਇਹਨਾਂ ਅੱਖਾਂ ਨੂੰ ਪਹਿਲਾਂ ਮੁੰਦ ਪਰਾਇਆ ਰੂਪ ਦੇਖਣ ਤੋਂ ਹਟ ਜਾਣ, ਇਹਨਾਂ ਅੱਖਾਂ ਨੂੰ ਪਹਿਲਾਂ ਮੁੰਦ ਪਰਾਇਆ ਧਨ ਵੇਖਣ ਤੋਂ ਹਟ ਜਾਣ, ਇਹਨਾਂ ਅੱਖਾਂ ਨੂੰ ਪਹਿਲਾਂ ਬੰਦ ਕਰ, ਫਿਰ ਤੈਨੂੰ ਅੰਦਰੋਂ ਜਿਸ ਵਕਤ ਉਹ ਬਿਆਨ ਅੱਖੀਆਂ ਮਿਲਣਗੀਆਂ ਨਾ ਗੁਰੂ ਕੋਲ, ਗੁਰੂ ਦੀ ਮੱਤ ਲੈ ਕੇ ਫਿਰ ਗੁਰੂ ਦੇ ਦੀਦਾਰ ਹੋਣੇ ਨੇ, ਇਸ ਤੋਂ ਪਹਿਲਾਂ ਗੁਰੂ ਦੇ ਦੀਦਾਰ ਨਹੀਂ। ਕਮਾਲ ਦੀ ਗੱਲ, ਸਾਡਾ ਇਤਿਹਾਸ ਏਡਾ ਮਹਾਨ। ਥੋੜਾ ਜਿਹਾ ਇਤਿਹਾਸ ਵਿੱਚੋਂ ਸਿੱਖਿਆ ਲਈਏ, ਕਿਉਂਕਿ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਸੰਬੰਧੀ ਵਿਚਾਰਾਂ ਕਰਨੀਆਂ ਨੇ। ਭਾਈ ਮੰਝ ਜਿਸ ਵਕਤ ਗੁਰਦਾਸਪੁਰ ਜ਼ਿਲ੍ਹੇ ਤੋਂ ਆਇਆ ਨਾ, ਤੇ ਕੰਗੂਆਣੀ ਉਹਦੇ ਪਿੰਡ ਦਾ ਨਾਮ ਸੀ। ਸਤਿਗੁਰੂ ਦੇ ਦੀਦਾਰਾਂ ਨੂੰ ਪਾ ਕੇ, ਦਰਸ਼ਨਾਂ ਨੂੰ ਦੇਖ ਕੇ ਬੜਾ ਪ੍ਰਭਾਵਿਤ ਹੋਇਆ ਬਾਹਰੀ ਰੂਪ ਨਾਲ, ਕਿਉਂਕਿ ਬੜੇ ਸਿੱਖ ਆਉਂਦੇ ਸਨ। ਤੇ ਆਣ ਕੇ ਕਹਿੰਦਾ ਮਾਲਕ ਜੀ ਮੈਨੂੰ ਵੀ ਆਪਣਾ ਸਿੱਖ ਬਣਾ ਲਵੋ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਭਾਈ ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਜੇਕਰ ਸਿੱਖੀ ਉੱਤੇ ਸਿੱਖੀ ਟਿਕਣ ਦੀ ਗੱਲ ਹੀ ਅਲੱਗ ਹੈ। ਅਸਲ ਵਿੱਚ ਗੱਲ ਇਹ ਆ ਜਿਸ ਤਰੀਕੇ ਨਾਲ ਬਰਤਨ ਵਿੱਚ ਪਹਿਲਾਂ ਪਾਣੀ ਹੋਵੇ ਨਾ, ਤੇ ਪਾਣੀ ਨਾਲ ਗਲਾਸ ਭਰਿਆ ਹੋਵੇ ਦੁੱਧ ਨਹੀਂ ਪੈ ਸਕਦਾ। ਜੇ ਗਲਾਸ ਚਾਹ ਨਾਲ ਭਰਿਆ ਹੋਵੇ ਦੁੱਧ ਨਹੀਂ ਪਾਇਆ ਜਾ ਸਕਦਾ। ਜੇ ਗਲਾਸ ਲੱਸੀ ਨਾਲ ਭਰਿਆ ਹੋਵੇ ਤਾਂ ਵੀ ਦੁੱਧ ਨਹੀਂ ਪਾਇਆ ਜਾ ਸਕਦਾ। ਵਸਤੂ ਅੰਦਰ ਵਸ ਸਮਾਵੈ ਦੂਜੀ ਹੋਵੇ ਪਾਸ, ਪਹਿਲਾਂ ਉਹਨੂੰ ਕੱਢਣਾ ਪਏਗਾ ਨਾ, ਤਾਂ ਉਹਦੇ ਵਿੱਚ ਦੂਸਰੀ ਵਸਤੂ ਪਾਈ ਜਾ ਸਕਦੀ ਹੈ। ਤੇ ਮਾਲਕ ਜੀ ਕਹਿੰਦੇ ਨੇ ਵੀ ਸਿੱਖੀ ਉੱਤੇ ਤਾਂ ਨਹੀਂ ਸਿੱਖੀ ਟੇਕ ਸਕਦੀ। ਸਤਿਗੁਰੂ ਜੀ ਮੈਂ ਸਮਝਿਆ ਨਹੀਂ, ਪਹਿਲਾਂ ਜਿਹਦਾ ਸਿੱਖ ਹੈ ਨਾ, ਜਿਸ ਸਰਵਰੀਏ ਦਾ ਪੁਜਾਰੀ ਹੈ, ਪਹਿਲਾਂ ਉੱਥੋਂ ਆਪਣੀ ਬਿਰਤੀ ਨੂੰ, ਸੁਰਤ ਨੂੰ ਹਟਾਉਣਾ ਪਏਗਾ। ਕਮਾਲ ਦਾ ਜੀਵਨ ਦੇਖੋ ਨਾ, ਫਿਰ ਸਤਿਗੁਰੂ ਦੇ ਇਸ ਸਿੱਖ ਦਾ ਜੀਵਨ ਪੜ੍ਹ ਕੇ ਜਿਸ ਵਕਤ ਘਰ ਗਿਆ ਨਾ, ਸਭ ਤੋਂ ਪਹਿਲਾਂ ਉਸ ਸਰਵਰੀਏ ਦੀ ਕਬਰ ਨੂੰ ਢਾ ਦਿੱਤਾ। ਚਿਹਰੇ ਬਣਨਾ ਕੋਈ ਸੌਖਾ ਕੰਮ ਨਹੀਂ, ਗੱਲੀ ਬਾਤੀ ਤੇ ਸਾਰੇ ਬਣ ਜਾਂਦੇ ਨੇ,
पर चेहरे बनने की पहला कंडीशन यह आ, पहला सिक्खी उत्ते सिक्खी नहीं टिक सकती, पहला अपनी मत होवे उत्थे गुरु की मत भी नहीं आ सकती। जिहड़ा पहला ही मन के अंदर बहुत कुछ भरिया होवे ना, उत्थे सतगुरु की दात नहीं टिक सकती। पहला नूं ढाणा पेगा, कढ़ना पेगा, एक पासे करना पेगा, तां ही दात टिकेगी। भाई मंद ने तो जीवन नूं कमा लिया, घर जाके कबर ढा दी। ते देखो जिस वक्त गुरु ने किसी नूं चमकाना होवे ना, प्रीख्या भी बड़ी कमाल दी होंदी है। एक घमियार घड़े नूं घड़दा है ना, कोई पुछ लवे भी भलिया इहनूं उपरों क्यों सट्टां मार रहा है, वो कहेगा तैनूं बाहरी सट्टां ते दिस रहीआं ने, पर जिहड़ा अंदर हथ रखिया है इहनूं भी ते वेख। अंदर हथ रखिया एक बाहरी सट्टां दे रहा, जे गुरु झिड़कै तां मीठा लग गए। गुरु दा भी यही गुण है, जे गुरु कोई प्रीख्या पाउंदा है ना, ते आप रहमत करके अपने सेवक नूं उस काबिल भी बना दिंदा है। ते जिन्हों जिन्ना चमकाना होवे उन्ने ही प्रीख्या दे अंदर ज्यादा पाउंदा है। पशु डंगर आदि खत्म हो गए, चौधर पूना भी चला गया। लोकां ने हुण कहना शुरू कर दिता भी ये चौधरी दा ते ना मन खराब, इहदा ते दिमाग खराब हो गया। किड्डे लोग वडियाई करदे सन, अज कुछ भी नहीं रह गया। गुरु ने एक होर प्रीख्या पा दी। वो प्रीख्या यह सी भी भाई मंझ एक सिख दे राही ना गुरु ने पत्र लिख के भेजिया, चिट्ठी लिख के भेजी। भाई मंझ उहदे विच लिखिया सी 20 रुपये दे, तेनू गुरु चेते आवे। बस गल ते इन्नी कुछ। हुण उस जिहदा माल डंगर खत्म हो गया, चौधर पूना चला गया, जिहदे घर दे अंदर गरीबी आ गई, आखिर 20 रुपये का इंतजाम करना तो बड़ा औखी खेड सी ना, बड़ी औखी खेड सी। किसी ना किसी तरीके नाल मालिक दे हुक्म नूं पालिया, नाल अपनी घरवाली नूं बचन चेते कराया। देख सतगुरु किड्डा दयाल है, वो तो ऐसा घर है, मालिक की बाणी भी बचन कीते ने, हम सर दीन दयाल न तुम सर। वो तो दयावान है, गरीबां दी हर वक्त वो देख रेख करता है। देखता एडे सिख होणगे सतगुरु कोल, पर किड्डा प्यार दे नाल गुरु ने मैनूं चेते कीता है, किड्डा प्यार दर्शाया सतगुरु ने। ते क्या है भी गुरु चेते आवे, आ गुरु घर दे अंदर तेरी लोड़ है, उसे वक्त गुरु घर दे अंदर पहुंच गया। कैसी प्रीख्या, फिर लकड़ा लियाउंदा गुरु दे लंगर वास्ते, हर वक्त सेवा अंदर लगा रहिंदा। अज फिर गुरु अर्जन साहब जी ने बचन करके पूछ लिया, भाई मंझ पूछोगा भाई मंझ को लंगर किथे छकदा है? कहते लंगर ते गुरु दे लंगर दे विच छकदा है, फिर ते सेवा दे बदले लंगर छकी जा रहा है। आखिर प्रीख्या होर जिहड़ी है वो कठोर हो गई। ते जिस वक्त गुरु ने रहमत की ना, भाई मंझ हुण लकड़ा डबल लियान लग गया। पहला जिहड़ी गट्ठी लियाउंदा सी ना, वो गुरु दे लंगर विच भेजदा सी, अज वो डबल रूप नाल सेवा दे अंदर वाधा कर लिया। वेखो प्रीख्या गुरु ने पाई ते सेवा अंदर वाधा की कीता। हुण 2 पंडा लियाउंदा है, 2 गठड़ियां लियाउंदा है, एक गुरु दे लंगर विच देंदा है ते दूसरा अपने खाण वास्ते प्रबंध वास्ते वेचदा है, ताकि लंगर दा प्रबंध भी मैं बाहरों कर सकां। शरीर नूं होर रूप नाल सतगुरु जी परखना चाहुंदे सन, चमकाउणा चाहुंदे सन एक सिख नूं, इस सिख नूं। ते जिस वक्त अज वो मुबारक दिन आया, मौसम होया खराब, भाई मंझ डिग गया खूह दे अंदर। सिख ने आण के गुरु अर्जन साहब महाराज जी नूं दस्सिया, रस्सा लैके पहुंचे ते सब तो पहला लकड़ां कढ़ियां, बाद विच बाहर आ पावांगा। गुरु ने अज छाती दे नाल ला के कह दिता, मंझ प्यारा गुरु को, गुरु मंझ प्यारा, मंझ गुरु का बोहता जग लंघन हारा। भाई मंझ जे किसी ने सिक्खी लैनी है ना, तेरे जीवन तो सिखेगा। जिस किसी ने गुरु का बनना है ना, चेरा सेवक बनना है, उन्होंने तेरे जीवन विचों सीखना पेगा। क्योंकि दुनिया ने ते क्या, भट्ट साहबाना ने ते ये बचन कीते, जब लौ नहीं भाग लिलार उदय, तब लो भ्रमते फिरते बहुत आयो। कल घोर समुंदर में बूढ़त थे, कबू मिट है नहीं रे पछतायो। तत् विचार यह मथुरा जग तारन को अवतार बनायो। जप्यो जिन अर्जन देव गुरु, फिर संकट जोन गर्भ न आयो।
गुरु जग तारन वाला है ते गुरु कह रहे ने भाई मंझ अज तू भी संसार दे अंदरों दुनिया नूं लंघाण वाला बन गया, तू भी बोहता बन गया, सिੱਖੀ ਦਾ बोहत बन गया। कैसा जीवन उन्होंने कमाया। गुरु अर्जन साहब जी ने होर बचन कीते, ध्यान देना शब्द नूं, क्योंकि आपां भावें लड़ीवार विचार कर रहे हैं पर शब्दां नूं गुरु अर्जन साहब जी दे कोल बाणी ते सारी गुरु दी है, पर विचार करनी है इस बाणी दे अंदर सतगुरु सिद्धांत नूं किहड़े दृढ़ कराउंदे ने। गुरु अर्जन साहब जी कहते हैं दर्शन देख जीवा गुरु तेरा, पूर्ण कर्म होए प्रभ मेरा, ए बेनंती सुन प्रभ मेरे, दे नाम कर अपने चेरे, अपनी शरण राख प्रभ दाते, गुर प्रसाद किने बिरले जाते। सुनो बिनो प्रभ मेरे मीता, चरण कमल वसै मेरे जीता। शब्द नूं थोड़ा खुलना पएगा। एक ते तेरी शरण विच आया, हुण मेहरामत ए कर तेरे चरण मेरे हिरदे विच वस जाण। किसे ना टीचर ने एक सारी क्लास नूं जिस तरह टीचर पढ़ाउंदा है ना, उन्हें आख्या भी बच्चों जे पेपरां च पास होना है ना, इम्तिहानां विच सफलता चाहिदी है ते आ जिहड़ियां पुस्तकां ने ना इन्हां नूं घोट के पी जाओ। हुण टीचर का समझाने का तरीका सी भी जो कुछ ये प्रश्न उत्तर ने, जो कुछ तुहाडा सिलेबस है, इहनूं चंगी तरह रट लवो जे पास होना चाहते हो। बच्चा घरे गया, उन्हें चंगी तरह घोट के ना पहला उन्होंने पानी अंदर पा के गाल के घोट के चंगी तरह फिर उस पुस्तक नूं पी गया। ते जिस वक्त टीचर कोल अज आया, अध्यापक कहता है बच्चों किताबां खोलो अपनियां। हुण वो बच्चा कितों किताब खोले, फिर कहता है बच्चों नूं कहता है टीचर भी किताबां खोलो अपनियां। सारियां ने किताबां खोलियां, ये बच्चे ने किताब नहीं खोली। अध्यापक ने पूछा पुत्र तू क्यों नहीं खोल रहा किताब नूं? कहता मास्टर जी तुसीं तां दस्सिया सी घोट के पी जाओ, ते मैं तो घोट के पी गया, हुण मैं किताब कितों खोला? उन्हें आख्या कि घोट के पीण का अर्थ आ भी इनू चंगी तरह घोट के किसी चीज नूं जिस तरह आपां पी जाने आ भी किताब नूं किते घोट के पीना है। अध्यापक का समझाने का तरीका कुछ होर सी। गुरु अर्जन साहब महाराज जी अज बाणी दे अंदर समझा रहे हैं, चरण कमल बसै मेरे जीता। हे मालिक तेरे चरण कमल मेरे हिरदे विच वस जाण। पर एक सवाल खड़ा हो गया, दो चरणों का जिक्र गुरबाणी विच आया है, एक पार ब्रह्म दे परमात्मा दे चरणों का, एक गुरु दे चरणों का। पर हुण सिख ये कहे भी गुरु दे चरण अज किहड़े ने, ते कई भुलेखे विच आण के ना पीड़ा साहब नूं मुठियां भरन लग जांदे ने। ये सोचते ने भी गुरु दे चरण ये ने, ये सत्कारयोग है क्योंकि इत्थे गुरु पातशाह विराजमान ने। पर मुट्ठी चापी करनी पीड़ा साहब नूं, जिस तरह अपने घर के अंदर बैड ने तो बैडा के भी थले पैर लगे ने ना, इस तरीके नाल मता कह देवो बई हुण जीवन सफला हो गया भी असीं मुट्ठी चापी कर रहे हैं। कई इहनूं गुरु के हाथ समझते हैं। जदों रखड़ी वाले दिन होंदे ने ना ते आण के गाने बनने शुरू कर देंगे, रखड़ियां बननियां शुरू कर देंगे ने भी सतगुरु जी साडी सहायता करनी, साडे उत्ते रहमत करनी, थां थां दे उत्ते सहायक होना, ख्याल करना। गुरु दे चरण किने बाणी चों फैसला लेना है, अपना फैसला किसी ने नहीं लेना, ना ही किसी ने देना है। जो गुरु ने कहना है मनना आपां ओह है, क्योंकि गुरु दी मत लैण वास्ते आए आ। अपनी मत नूं पिछे छड्ड के ना हुण गुरु कोल पुछ लईए, सतगुरु दाता जी रहमत करो, मेहर करो, तुहाडे चरण किहड़े ने? क्योंकि जे चरनां नूं हिरदे ने इन्हां नूं चरण मन्नांगे, जे इन्हां नूं हिरदे विच वसाण दी गल करोगे ते हिरदा ते पहला पाटना पएगा। ते हिरदा जे पहला हिरदे नूं पहला पाड़ांगे ते मौत भी हो सकती है। ते जेकर चित्त दे अंदर वसावांगे ते पहला सिर नूं पाड़ना पएगा, फिर ही गुरु दे चरण हिरदे विच वसणगे, तो ते बिना नहीं वस सकदे। फिर आकर पुछना पएगा सतगुरु तुहाडे चरण किहड़े ने? मालिक दी बाणी ने बख्शिश की, गुर के चरण गुर शब्द है, नानक बांधियो पाल। गुरु दे चरण की ने? गुर के चरण गुर शब्द। गुरु दा शब्द गुरु दे चरण ने, ते जिस वक्त शब्द नूं अपने हिरदे विच वसाएगा ना, जीवन मुक्त हो जाएगा। शब्द नूं अपने हिरदे विच वसाएगा, क्योंकि ज्ञान की है साडा ज्ञान है गुरु, ना कि असी
देह दे पुजारी। इस गल के कई लोगों ने इस गल का नजायज फायदा उठाया। वो कहते ने भी हुण ते गुरु दे चरण किहड़े होणगे, चलो भी पीड़ा साहब ते गुरु दे चरण नहीं हो सकते, ते गुरु दे चरण फिर किहड़े होणगे। इसलिए देहधारियां नूं अपना गुरु बनाना पएगा। ते फिर कटाओ अपने चरण, वसाओ फिर किसी दे हिरदे विच, नाले आप लंगड़े होवो ते नाल दूसरिਆਂ ਨੂੰ विपता पा दिओ, फिर ते ਇਹ होवेगा ना। असल विच गल ते गुरु शब्द नूं अपने हिरदे विच वसाउण दी। जीवन तां ही बदलना है, इस तो बिना जीवन नहीं बदलण वाला। वेखण वाले बहुते लोग ने। अज मालिक दी पावन बाणी ने यह बख्शिश कीती है भी दर्शन करने ही प्यारे। ते तैनूं दर्शन करन दा मैं तरीका दस देवां। दर्शन अखां नाल नहीं, वो सुरत नाल होणगे। क्योंकि जे गुरु शब्द है ते चेला भी जिहड़ा है सुरत बन सकदी है, ना कि देह नूं केवल लैके आपां बैठे रहिए, देह नहीं। इस करके सुरत गुरु चरना विच टका, गुरु दे शब्द नूं अपने हिरदे विच वसा। जिस वक्त गुरु शब्द नूं अपने हिरदे विच टकाएगा, जीवन बदल जाएगा। अज दा पावन पवित्र शब्द धन गुरु रामदास साहिब महाराज जी बख्शिश कर रहे ने। सतगुरु दाता जी सानू समझा रहे हैं, देख देख जीवा साध गुरु दर्शन, जिस हिरदे नाम मुरारी। गुरु दे हिरदे विच परमात्मा वसदा है, ते जे किसी ने दीदार करने ने गुरबाणी नाल सांझ पानी पैगी। इस हिरदे नूं फरोलना पएगा। गुरु सतगुरु सानू की समझा रहे ने, यह है रहाव वाला बंद। अगे मालिक कहंदे ने, तुम पवित्र पावन पुरख प्रभ स्वामी, हम क्यों कर मिले जुठारी। तू पवित्र अत दा पावन है, असीं आ झूठे जुठारी, झूठ बोलण वाले। अगले शब्दां नूं होर समझ लईए। हमरे जी होर मुख होर होत है, हम कर्महीन कूड़ियारी। सतगुरु की करिए, साडा जीवन ऐसा है, अंदरों झूठे पैज बाहर, दुनिया अंदर फैल। अड़सठ तीरथ जे नावै, उतरै नाही मैल। ते गुरु नूं ऐसे सवकार ने। गुरु कोल पुछिए। मालिक कहंदा जिहड़ा बंदा बाहरों कुछ होर दिसे ना, अंदरों कुछ होर होवे, मैनूं सवकार नहीं। मालिक वो किवें? धन गुरु अमरदास साहिब महाराज जी बाणी अंदर बख्शिश करदे ने, जियों मैले बाहरों निर्मल, बाहरों निर्मल जियों ता मैले, तिनी जन्म जुए हारिया। ए तृष्णा वड्डा रोग लगा, मरण मनो विसारिया। वेता मैं नाम उत्तम सो सुनै नाही, फिरै ज्यों बेतालिया। कह नानक जिन सच तजिया, कूड़े लागे तिनी जन्म जुए हारिया। कुछ दृष्टांत फिर गुरु अर्जन साहब जी के जीवन वाल जाएगा। एक बाबा प्रिथी दा, देखो उन्हां दा जीवन है बाहरों कुछ होर ते अंदरों कुछ होर। मालिक दी नज़र विच गुरु ने बड़ा सुचेत किया है सानू। सतगुरु ने जदों धर्म का पहरावा लोगों नूं देखिया ना, भी धर्म का पहरावा पा के लोग बड़े धर्मी बनते हैं, ये मता समझ लेना भी उत्थे केवल पंडितां ब्राह्मणां मोलियां वास्ते मुलाणियां वास्ते गल की गई है। नहीं, केवल उन्हां वास्ते नहीं, उस वक्त सामने वो दिसदे सन। ते जे गुरु नानक दे दर नूं पुछो ते अज जिहड़ा सिख पहरावा पा के धर्मियां वाला ककार भी उपरों धारण करके धर्म के नाम हेठ पखंड करता है, धर्म के नाम हेठ पखंड करता है, जिहड़ा अपने आप को गुरु के नजदीक भी दसदा है। ते ऐसे लोगों का जीवन गुरु की नज़र में किहड़ा, आपां ते गुरु कोल पुछना है ना। मालिक कहंदे ने उन्हां दा जीवन जुए विच हारिया जा रहा है, क्योंकि अंदरों कुछ होर ने बाहरों कुछ होर ने। दिखावा धर्मियां वाला है, अंदर पखंड है। ऐसे लोग मेरी नज़र विच मालिक कहंदे ने परवार नहीं। बाबा फरीद साहब जी नूं कहना पै गया ना, फरीदा कन मुसल्ला सूफ गल दिल काती गुड़वात, बाहर दिसै चानना दिल अंधियारी रात। कैसे कमाल दे बचन ने जिहड़े लोग पहरावा मेरे वर्गे पा के तुरे फिरदे ने। कहंदे ने पाला पखा पहरावा
पर अंदर ते कैंचियां चल रही ने। शायद जुबान तो ते कदे बाबा प्रीति चंद ने भी गुरु अर्जन साहब जी नूं माड़ा सामने होके ना कहा हो सकता है। हाँ, केवल दस्तार की जिहड़ी साखी आउंदी उत्थे स्पष्ट है भी गुरु अर्जन साहब जी कोल बाबा प्रीति चंद ने दस्तार खोण की कोशिश की, सतगुरु ने आप दे दी, उत्थे स्पष्ट है। पर इतिहास नूं पढ़ के देखिए किते सामने होके ना बाबा प्रीति चंद ने माड़ा नहीं किया गुरु अर्जन साहब जी ने, बाहर कुछ होर दिखाउणा। गुरु रामदास साहब महाराज जी के जीवन वेले भी जिस वक्त सतगुरु दाता जी संसार नूं रहमतां वंड रहे सन, गुरता गद्दी ते सुभाएमान सन, उस वक्त भी कुछ होर हिरदा सी ते मन दे अंदर कुछ होर चलदा सी। मन की कहंदा सी भी गुरता गद्दी मैनूं मिल जावे, ये गुरता गद्दी मैनूं मिलनी चाहिए। मालिक दी बाणी ने फैसला दिता। गुरु अमरदास साहब जी दे जिहड़े आपां हुणे बचन पढ़े ने, जियों मैले बाहरों निर्मल, बाहरों निर्मल जियों ता मैले, तिनी जन्म जुए हारिया, ए तिश्ना वड्डा रोग लगा। ए माया दा ऐसा रोग लगा, कई बारी ए माया इन माया जगदीश गुसाई तुमरे चरण विसारे। गुरु दी नज़र विच ऐसे लोग परवान ने। मालिक कहंदे ने मेरी नज़र विच वेखना चाहुंदे हो, मेरी नज़र विच किहड़े परवान ने? जिन पट अंदर बाहर गुदड़ ते भले संसार, जिन्ने लगा रब सेती देखने विचार। मेरी नज़र विच परवान वो ने जिहड़े बाहरों भावें गुरु दी बाणी नूं होर तरीके नाल पढ़ के देखो, थोड़ा जिहा गहरा जाओगे। साच नाम मेरा मन लागा, लोगन स्यो मेरा ठाठा बागा। बाहर सूत सकल स्यो मौला, अलिपत रहूं जैसे जल में कौला। मुख की बात सगल स्यो करता, जी संग प्रभ अपना धरता। दीस आवत है बहुत प्याला, सगल चरण की ए मन डाला। गुरु कैसे ने? गुरु दी रहमत ऐसी है जे कदे गुरु झिड़क भी देंदा है ना, गुरु अंदरों इस करके नहीं भी बाहरों तो दिसन नूं सानूं लगदा है भी गुरु झिड़कदा पिया है, पर एक मां दी तरह भी बच्चे नूं काबल बनाउण वास्ते। कौन किहड़ा बच्चा है जिहड़ा आपां कोई सारे जदों स्कूलां दे अंदर जांदे रहे कोई हस के ते नहीं ना गया, रोंदे ही रहिंदे सन, नहीं मैं नहीं जाना स्कूले, अज मैं नहीं जाना। ते मां झिड़क के ना थोड़ा जिहा नाल प्यार कर दिंदी सी ते आप छुप के देखण लग जांदी सी मेरा बच्चा स्कूल जा रहा है। हिरदा मां दा है, गुरु दा हिरदा बिल्कुल मां दा हिरदा है। जे सिख दे अंदर किते ना किते टोट आ गई ना, कमी आ गई, गुरु झिड़कदा है। मता उस वक्त कह देवो भी हुक्मनामा भाई साहब जी होर लै लवो। इत्थे ते बड़े कड़ले शब्द ने, एक कड़ले शब्द इस करके आए ने गुरु तेरे जीवन नूं बनाना चाहते ने, एक मां दी तरह, एक पिता दी तरह। किहड़ा पिता जिहड़ा, किहड़ा मां बाप है जिहड़ा अपने पुत्र नूं रुलदा देखना चाहे? कोई है मां बाप ऐसा? माता पिता दी ख्वाहिश ये होती है मेरा पुत्र बुलंदियां नूं छूए, मेरा पुत्र आने वाले समय दे अंदर अपना नाम खट्टे। ये दुनियावी मां बाप दी ओदी सोच है ना। ते गुरु जिहड़ा माता पिता वो किवें सोच सकता है भी मेरे पुत्र दा माड़ा होवे? नहीं, तेरे अंदर कमी है ना, गुरु उस कमी नूं दूर करना चाहता ताकि तू निर्मल हो जावे, क्योंकि मेरी नज़र विच निर्मल ही प्रवान है। ते सेवक संत है ही निर्मल है। गुरु पातशाह कहंदे ने मालिक दी पावन बाणी बचन करदी, जिन्हां दा सच नाम नाल मन लग गया ना, लोकां नाल गलबात भी करदे ने, पर उन्हां दा ध्यान रब दे चरनां विच लगा रहिंदा है। बाहर सूत सकल स्यों मौला। लोकां नूं लगदा है भी सतगुरु ते दुनिया दे अंदर विचर रहे हैं, पर अगे पढ़ो अलिपत रहो जैसे जल में कौला। गुरु दा अंदर जिहड़ा है ना वो अलिपत है इन्हां तो, संसार तो। गुरु दा मन जिहड़ा है ना वो माया दे अंदर खचत नहीं हुंदा। मुख की बात सकल स्यों करता। मुख नाल गल्लां भी सतगुरु करदे ने, जिस शरीरक रूप नाल जिस वक्त विचरे सन। मुख की बात सकल स्यों करता।
पर अंदर गुरु दा पढ़ के देखो, जी संग प्रभ अपना धरता। जी दे अंदर हिरदे विच हर वक्त मालक दी याद। लोकां नूं लगदा है गुरु झिड़कदा है ना, भाई मंझ नूं कैसी प्रीख्या पा दित्ती, दीस आवत है बहुत प्याला। दुनिया नूं लगदा है भी गुरु पातशाह बाहरों जिहड़े ने बड़े कठोर ने, पर सकल चरण की सगल चरण की ए मन राला। गुरु अंदरों इन्ना कु निर्मल है, इन्ना कु कोमल है, गुरु किसी का बुरा नहीं देख सकता। इसे करके अज की पावन पवित्र बाणी बख्शिश करती है, जे तू रब नूं मिलना है ना, तेनों एक तरीका दस देना। वो तरीका यह आ, जियों निर्मल बाहरों निर्मल, बाहरों निर्मल जियों ता निर्मल। जेड़े अंदरों बाहरों एक हो जाते ने, ये नहीं दिखावा कुछ होर ते दुनिया नूं दिखाउंदे कुछ होर ने ते अंदरों कुछ होर ने, ऐसा नहीं। इसे करके इतिहास दीयां पूर्ण गवाहियां ने जेड़ियां आपां जिस सतगुरु दा इतिहासक दिन मनाउणा है। जिस वक्त बाबा प्रिथी चंद दे जीवन नूं देखिया, सिहारी मल आया लाहौर तो, अपने पुत्र दी ओदी शादी सी। गुरु रामदास साहब जी दे चरनां विच आण के कीती बेनती, सतगुरु दाता जी इस शादी दे अंदर, क्योंकि रिश्तेदारी सी, ताए दा पुत्र इतिहास ने दस्सिया, ते सतगुरु दे चरनां विच आण के बेनती जोदड़ी कीती, मालक जी किरपा करो लाहौर दे अंदर जावो, मेरे बच्चे दा आनंद कर दे। ते सतगुरु दाते ने अपने पुत्रा नूं बुलाया, नाल वचन कह दिते भी जे असीं गए ते संगतां साडे नाल बहुत होणगीਆਂ, एक ते खर्चा वधेगा, दूसरा इत्थे भी जिहड़ा काम चलदा है, क्योंकि गुरु दी इत्थे लोड़ है, इसलिए शादी अंदर असीं नहीं आ सकते। अपने किसी पुत्र नूं भेज देवो। धन गुरु रामदास साहब जी ने तिन्ना पुत्रां नूं सद लिया, तिन्ना पुत्रां नूं बुलाया। जिस वक्त बाबा प्रिथी चंद नूं कहा ना भी तुसीं लाहौर जावो, वो मुख तो बोल कहंदा है, धन गुरु रामदास एक ते तुहाडे तो दूर हो जावांगा, भी जदों लाहौर जावांगा गुरु तो दूर हो जावांगा। दूसरी गल ये बई रस्ते विच खिचलां बड़ियां पैणगीਆਂ, गर्मी आदि दे मौसम नूं कौन जरेगा। तीसरी गल ये भी गुरु घर दे अंदर प्रबंध कौन करेगा, मेरे तो बिना जिहड़ा गुरु घर दा प्रबंध है वो होर कोई कर ही नहीं सकता। सतगुरु जी मुस्कुराते है, बाबा महादेव नूं सद्दिया, वो कहंदे वैसी ते संसार तो है ही निर्लेप, सानू ते दुख सुख दी कोई परवाह नहीं। धन गुरु अर्जन साहब महाराज जी नूं सद्दिया, ते दातार पिता अजे गुरु नहीं बने, गुरु दे बचनां नूं पालदियां होइयां जो गुरु कहंदा है उसनूं सच करके मनदियां होइयां लाहौर दे अंदर गए। लाहौर च जाना कोई कठिन गल नहीं सी, कोई मुश्किल गल नहीं सी, पर मुश्किल गल ये सी जो गुरु रामदास जी ने कहा सी भी जिन्नी देर तक असीं नहीं बुलाउंदे वापस नहीं आउणा। पहली चिट्ठी लिख के भेजी, बाबा प्रिथी चंद ने रोक लई, दूजी लिख के भेजी, वो भी रोक लई, तीजी धन गुरु रामदास साहब जी दे कोल पहुंची। हुण इत्थे कई सज्जन ये भी गल कहिंदे ने भी इत्थे गुरु माझ राग विच जिहड़ा शब्द है, एक घड़ी ना मिलते ता कलयुग होता। नहीं प्यारिओ, एक गल स्पष्ट कह देवां, क्योंकि भुलेखा ना पायो, कोई ऐसा भुलेखा आपां इतिहास तो गवाही लैनी है ते गुरु दे शब्द दे राही उस भुलेखे नूं दूर करना है। पंचम पातशाह दी मोहर लगी उत्थे, पर गुरु ते उस वक्त गुरु रामदास साहब जी ने, फिर भला किवें हो सकता है बई उस वक्त पंचम पातशाह गुरु अर्जन साहब महाराज जी ने शब्द लेके ये शब्द लेके भेजा हो? नहीं, शब्द लेके नहीं भेजा, चिट्ठियां जरूर लेके भेजियां ने, क्योंकि शब्द ते उस वक्त की बिरहा की पीड़ नूं जो एक प्रेमी दे हिरदे विच होनी चाहिदी है अपने गुरु दे दीदारां वास्ते, गुरु दे दर्शनां वास्ते, वो पीड़ नूं सतगुरु जी ने जरूर दस्सिया है भी वो पीड़ कैसी होवे, वो पीड़ दा हाल किस तरीके नाल एक बिरहा विराग दे अंदर पहुंचदा है। वो पंचम पिता ने गुरु बनन तो बाद किया जिस वक्त, क्योंकि गुरु नानक दी मोहर कोई आम इस्तेमाल नहीं कर सकता। जिहड़ा गुरु नानक दी मोहर जिहड़ा गुरु अंगद साहब महाराज ने इस्तेमाल की, गुरु अमरदास जी ने, गुरु रामदास जी ने,
ਤੇ ਗੁਰੂ ਅਰਜਨ ਸਾਹਿਬ ਜੀ ਨੇ ਤੇ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ, ਪਰ ਗੁਰੂ ਬਣਨ ਤੋਂ ਪਹਿਲਾਂ ਕਿਸੇ ਨੇ ਇਸਤੇਮਾਲ ਨਹੀਂ ਕੀਤੀ, ਬਾਅਦ ਵਿੱਚ। ਤੇ ਦੇਖੋ ਕੈਸਾ ਜੀਵਨ ਹੈ, ਇੱਕ ਗੁਰੂ ਦੇ ਕੋਲ ਸਰੀਰ ਕਰਕੇ ਆ, ਇੱਕ ਗੁਰੂ ਕੋਲ ਸਰੀਰ ਕਰਕੇ ਦੂਰ ਚਲਾ ਗਿਆ। ਜਿਹੜਾ ਸਰੀਰ ਕਰਕੇ ਕੋਲ ਹੈ, ਬਾਣੀ ਦਾ ਫੈਸਲਾ ਲੈ ਲਈਏ, ਗੁਰਸਭਾ ਏਮ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ, ਜਾਂ ਮਨ ਰਹੇ ਹਜ਼ੂਰ। ਜਿੰਨੀ ਦੇਰ ਤੱਕ ਹਜ਼ੂਰੀ ਵਿੱਚ ਮਨ ਰਹੀ, ਉਨੀ ਦੇਰ ਤੱਕ ਗੁਰੂ ਦੀ ਰਹਿਮਤ ਕੋਈ ਨਹੀਂ ਲੈ ਸਕਦਾ। ਮਨ ਨੂੰ ਹਜ਼ੂਰੀ ਵਿੱਚ ਲਿਆਣਾ ਪਏਗਾ ਤੇ ਆਪਣੀ ਮਤ ਦਾ ਤਿਆਗ ਕਰਨਾ ਪਏਗਾ। ਜਿਹੜਾ ਬਾਹਰੀ ਅਸੀਂ ਦਿਸਨੇ ਆ, ਉਹ ਅੰਦਰੋਂ ਵੀ ਹੋਈਏ। ਬਾਹਰੀ ਪਖੰਡ ਜਿਹੜਾ ਹੈ ਨਾ, ਉਹ ਗੁਰੂ ਤੋਂ ਦੂਰ ਲੈ ਜਾਂਦਾ ਹੈ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾਵੇ ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਜਿਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਉਹਨਾਂ ਦੀ ਅਵਸਥਾ ਕੀ ਬਣ ਜਾਂਦੀ ਹੈ? ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ, ਬਾਤ ਸੱਚੇ ਨਾ। ਉਹਨਾਂ ਦਾ ਜੀਵਨ ਐਸਾ ਬਣਦਾ ਹੈ। ਉਹ ਕਹਿੰਦੇ ਨੇ ਰੱਬ ਦੇ ਰੰਗ ਵਿੱਚ ਹੱਸਦੇ ਨੇ। ਸਾਡਾ ਪਤਾ ਹੀ ਹੱਸਣਾ ਕਿਹੜਾ, ਸਾਡਾ ਹੱਸਣਾ ਹੈ ਮਾਇਆ ਦਾ। 4 ਟਕੇ ਆ ਗਏ ਹੱਸਣ ਲੱਗ ਪਏ, 4 ਟਕੇ ਚਲੇ ਗਏ ਰੋਣ ਲੱਗ ਪਏ। ਸਾਡਾ ਦੁੱਖ ਸੁੱਖ ਮਾਇਆ ਦੇ ਉੱਪਰ ਖੜਾ ਹੈ। ਮਨਮੁਖ ਬੰਦੇ ਦਾ ਜਿਹੜਾ ਦੁੱਖ ਸੁੱਖ ਹੈ ਨਾ, ਮਾਇਆ ਉੱਪਰ ਖੜਾ ਹੈ। ਜੇ ਮਾਇਆ ਦੇ 4 ਟਕੇ ਚਲੇ ਜਾਣ ਤੇ ਉਸ ਵਕਤ ਰੋਣਾ ਧੋਣਾ ਸ਼ੁਰੂ, ਆ ਜਾਣ ਤੇ ਹੱਸਣਾ ਖੇਡਣਾ ਸ਼ੁਰੂ। ਬੱਚੇ ਦੀ ਸ਼ਾਦੀ ਹੋਵੇ ਤੇ ਉਸ ਵਕਤ ਨੱਚਣ ਟੱਪਣ ਵਾਲੀਆਂ ਬੁਲਾ ਲਈਆਂ, ਢੋਲ ਆਦਿ ਬੁਲਾ ਲਿਆ। ਉਹ ਤੇ ਐਸਾ ਜੀਵਨ ਬਣਾ ਲੈਣਾ ਵੀ ਜਿਹਦੇ ਕੋਲ ਗੁਰੂ ਕੋਲ ਕੁਝ ਲੈਣਾ ਹੈ ਨਾ, ਉੱਥੇ ਆਣ ਕੇ ਕਹਿਣਗੇ ਭਾਈ ਸਾਹਿਬ 15 ਮਿੰਟ ਹੀ ਲਾਇਓ ਜੀ। ਕਿਉਂ ਵੀ ਕੀ ਕਰਨਾ ਹੈ? ਬਾਹਰ ਜਾ ਕੇ ਢੋਲ ਵਾਲਾ ਖੜਾ ਹੈ, ਜਿਹੜੇ ਲੋਕਾਂ ਦਾ ਮਨੋਰੰਜਨ ਕਰਨਾ ਹੈ। ਐਸਾ ਜੀਵਨ ਬਣਾ ਲਿਆ ਹੈ ਅੱਜ ਦੇ ਬੰਦੇ ਨੇ। ਤੇ ਮਨਮੁਖ ਦਾ ਜਿਹੜਾ ਜੀਵਨ ਹੈ ਨਾ, ਉਹ ਹੱਸਣਾ ਵੀ ਆਪਣਾ ਨਹੀਂ ਤੇ ਰੋਣਾ ਵੀ ਆਪਣਾ ਨਹੀਂ। ਮਾਲਕ ਕਹਿੰਦੇ ਨੇ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਰੰਗ ਹੱਸੈ ਰੰਗ ਰੋਵੈ, ਜਿਹੜੇ ਅੰਦਰੋਂ ਬਾਹਰੋਂ ਇੱਕ ਹੋ ਜਾਂਦੇ ਨੇ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਿ ਕੈ, ਜਾਕੋ ਪਾਕ ਸੁਆਮੀ। ਸਮਿਆਂ ਸੀਮਤ ਹੈ, ਇਸ ਲਈ ਕਰੇ ਸੰਖੇਪ ਦੀ ਵਿਚਾਰ ਕਰਕੇ ਸ਼ਬਦ ਦੀ ਆਪਾਂ ਸਮਾਪਤੀ ਕਰੀਏ। ਸਤਿਗੁਰੂ ਦਾਤਾ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਕੀ ਸਮਝਾਉਣਾ ਚਾਹੁੰਦੇ ਨੇ? ਅੰਦਰੋਂ ਬਾਹਰੋਂ ਇੱਕ ਹੋ ਜਾ। ਪਹਿਰਾਵਾ ਧਰਮੀਆਂ ਵਾਲਾ ਤੇ ਅੰਦਰੋਂ ਜ਼ਹਿਰ ਭਰੀ ਹੋਵੇ, ਮੇਰੇ ਗੁਰੂ ਨੂੰ ਇਹ ਨਦਰ ਪਰਵਾਹ ਨਹੀਂ, ਐਸਾ ਜੀਵਨ ਪਰਵਾਹ ਨਹੀਂ। ਅੱਜ ਅਰਦਾਸ ਕਰ ਰਹੇ ਨੇ, ਗੁਰੂ ਰਾਮਦਾਸ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਮਾਲਕ ਕਹਿੰਦੇ ਨੇ, ਮਾਲਕ ਤੂੰ ਅਤ ਦਾ ਪਵਿੱਤਰ, ਅਤ ਦਾ ਪਾਵਨ, ਅਸੀਂ ਝੂਠੇ ਤੈਨੂੰ ਕਿਵੇਂ ਮਿਲ ਸਕਦੇ ਹਾਂ? ਅਸੀਂ ਝੂਠ ਨਾਲ ਭਰੇ ਪਏ ਆ, ਨਿੰਦਾ ਸਾਡੇ ਮੁਖ ਦੇ ਅੰਦਰ ਚੜੀ ਪਈ, ਪਰਾਈ ਚੁਗਲਾਈ ਹਰ ਵਕਤ ਕਰਦੇ ਰਹਿੰਦੇ ਆ, ਤੈਨੂੰ ਕਿਵੇਂ ਮਿਲੀਏ? ਹਮਰੇ ਜੀ ਹੋਰ ਮੁਖ ਹੋਰ ਹੋਤ ਹੈ, ਜੀ ਕੁਝ ਹੋਰੇ ਮੁਖ ਤੋਂ ਕੁਝ ਹੋਰ ਕਹਿੰਦੇ ਆ। ਬਾਹਰੋਂ ਤੇ ਚੰਗੇ ਮਿੱਠੀਆਂ ਗੱਲਾਂ ਕਰਦੇ ਆ, ਅੰਦਰ ਕੈਂਚੀ ਚਲਾਣੇ ਆ ਤੇ ਕਿਵੇਂ ਮਿਲ ਸਕਦੇ ਆ? ਇਹ ਮਤ ਸਮਝ ਲੈਣਾ ਵੀ ਗੁਰੂ ਰਾਮਦਾਸ ਜੀ ਦੇ ਅੰਦਰ ਇਹ ਅਵਗੁਣ ਨੇ, ਸਾਨੂੰ ਸਮਝਾਉਣ ਵਾਸਤੇ। ਸਤਿਗੁਰੂ ਦਾਤਾ ਜੀ ਕਹਿੰਦੇ ਨੇ, ਹਮ ਕਰਮਹੀਨ ਕੂੜਿਆਰੀ, ਕਿਵੇਂ ਮਿਲੀਏ? ਹੁਣ ਮਾਲਕ ਕਹਿੰਦੇ ਨੇ, ਹਮਰੀ ਮੁੰਦਰ ਨਾਮ ਹਰ ਸੁਆਮੀ, ਰਿਦ ਅੰਤਰ ਦੁਸ਼ਟ ਦੁਸ਼ਟਾਰੀ। ਸਾਡੇ ਉੱਤੇ ਇੱਕ ਰਹਿਮਤ ਕਰ ਦੇ, ਸਾਡੇ ਕੇਵਲ ਨਿਸ਼ਾਨ ਨਾ ਹੋਣ, ਸਾਡੇ ਕੇਵਲ ਚਿੰਨ ਨਾ ਹੋਣ ਧਰਮੀਆਂ ਵਾਲੇ, ਅੰਦਰੋਂ ਧਰਮੀ ਬਣਾ ਦੇ। ਜਿਹੜਾ ਅੱਜ ਦਾ ਸ਼ਬਦ ਕਹਿ ਰਿਹਾ ਨਾ, ਹਮਰੀ ਮੁੰਦਰ ਨਾਮ ਹਰ ਸੁਆਮੀ, ਸਾਨੂੰ ਨਿਸ਼ਾਨੀ ਦੇ ਆਪਣੇ ਨਾਮ ਦੀ ਦਾਤ। ਤੇ ਇਹ ਕਿਹੜੀ ਏ? ਰਿਦ ਅੰਤਰ ਦੁਸ਼ਟ ਦੁਸ਼ਟਾਰੀ, ਜਿਸ ਦਾ ਸਦਕਾ ਅੰਦਰੋਂ ਦੁਸ਼ਟ ਭਾਵਨਾ ਭੈੜੀ ਮਤ ਖਤਮ ਹੋ ਜਾਏ। ਜਿਉ ਭਾਵੈ ਤਿਉ ਰਾਖੋ ਸੁਆਮੀ, ਜਨ ਨਾਨਕ ਸ਼ਰਨ ਤੁਮਾਰੀ। ਇਸ ਕਰਕੇ ਤੇਰੇ ਚਰਨਾਂ ਵਿੱਚ ਅਰਦਾਸ ਏ, ਇਸ ਕਰਕੇ ਤੇਰੇ ਚਰਨਾਂ ਵਿੱਚ ਜੋਦੜੀ ਏ ਬੇਨਤੀ, ਇਹ ਮੇਰੀ ਅਰਦਾਸ ਸੁਣ ਲੈ। ਇਹ ਅਰਦਾਸ ਤੇਰੇ ਚਰਨਾਂ ਵਿੱਚ ਹਰ ਵਕਤ ਏ ਮੇਰੀ। ਜਿਉ ਜਾਨੂ ਤਿਉ ਰਾਗ ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗਣ ਮੇਰਿਆ।
असंख अवगन खते फेरे, नित प्रत सद भूलिए, मोह मगन विकराल माया तो प्रसादी घूलिए। लूक करत विकार बिखड़े प्रभ नेर हूते, नेरे आ। हे नेड़े रहन वाले मालिक, मेरी बेनती अरदास सुन। ये अरदास तेरे चरना विच मैं बाहरों कुछ होर हां ते अंदरों कुछ होर हां। अंदरों भी एक कर दे, बिनवंत नानक दया तारू, दया कर दे। काढ़ भवजल फेरिया, क्योंकि जिन्नी देर तक तेरी दया नहीं होती ना, उन्नी देर तक खेड़ बननी नहीं। अज तेरे चरना विच बेनती है, अंदरों भी एक हो जावां, बाहरों भी एक हो जावां। ते मालिक अज यही कह रहे ने, ज्यों भावै त्यों राखो स्वामी। जन नानक शरण तुम्हारी, तेरी शरण विच आया वां, हुण मेहर दा हथ रख, मेहरामत कर, अंदरों बाहरों एक कर दे। सतगुरु साडे सारिਆਂ उत्ते किरपा करन, सानू अंदरों बाहरों एक करन दा सुभाग सतगुरु जी बख्शिश करन। मेरियां भुल्लां ना चतारनियां, सतगुरु दे पावन पवित्र शब्द दी विचार करदियां, गुरु दे अनजान बच्चे आ, बेअंत गलतियां भुल्लां हो जांदियां ने। कोटान कोट शुक्र है धन धन साहिब श्री गुरु ग्रंथ साहिब महाराज जी दा, जिसने अपनी गोद विच बिठा के अपने दर कर दियां विचारां कराइयां। बहुत बहुत धन्नवाद समूची गुरु साध संगत दा, जिसने बड़े प्यार नाल गुरु पवित्र पावन बाणी दी विचार अति इतिहास नूं श्रवण कीता। होईयां बेअंत भुल्लां दी खिमा बख्शो शीश आखो जी। वाहिगुरू जी का खालसा, वाहिगुरू जी की फतेह।